आओ सुनिए प्रिंसीपल सुजान सिंह की लिखी हुई कहानी सांझ। साइकिल ते सवार होने तो पहला प्रोफैसर ML मल्होत्रा ने पैडल ते पैर रख के साइकिल काफ़ी तो ज़्यादा चिर रेड़िया। आम आदमी भी उसनों इस तरह साइकिल सवार होंदियां देख के कह दिंदा कि उसने नवा नवा साइकिल चलाना सीखिया है, पर असल विच ये गल नहीं सी। साइकिल चलाना सिੱਖਿਆ उसनों लगभग 30 साल हो चुके सन ਅਤੇ ਉਹ ਵਾਵਾ ਸਾਫ਼ ਸਾਈਕਲ ਚਲਾ ਸਕਦਾ ਸੀ। ਇਹ ਸ਼ਹਿਰ ਨਹੀਂ ਸੀ, ਪਰ ਪ੍ਰੋਫੈਸਰ ਭੀੜ ਭਰੇ ਸ਼ਹਿਰਾਂ ਤੇ ਤੰਗ ਬਾਜ਼ਾਰਾਂ ਵਿੱਚੋਂ ਵੀ ਬਿਨਾਂ ਟੱਲੀ ਖੜਕਾਇਆ ਆਪਣਾ ਵਿੰਗ ਤੜਿੰਗਾ ਰਾਹ ਪਰਾਉਂਦਾ ਲੰਘ ਜਾਂਦਾ ਸੀ। ਅਸਲ ਵਿੱਚ ਉਹ ਕੁਝ ਸੋਚਦਾ ਕਾਲਜ ਵਿੱਚੋਂ ਨਿਕਲਿਆ ਸੀ ਤੇ ਸੋਚਦਿਆਂ ਹੀ ਉਸਨੇ ਆਦਤਨ ਜ਼ੋਰ ਨਾਲ ਪੈਡਲ ਤੇ ਪੈਰ ਰੱਖ ਦਿੱਤਾ ਸੀ ਅਤੇ ਕਿਸੇ ਹੋਰ ਹੀ ਅੱਖ ਨਾਲ ਦੂਰ ਤੱਕ ਸੜਕ ਦੇ ਕੱਚੇ ਟੋਟੇ ਨੂੰ ਪੱਕੀ ਸੜਕ ਤੱਕ ਸਾਫ਼ ਦੇਖ ਕੇ ਸਾਈਕਲ ਨੂੰ ਧੱਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਅੱਗੇ ਚੜ੍ਹਾਈ ਸੀ, ਸੜਕ ਵਿੱਚ ਰੋੜੇ ਵੀ ਬੜੇ ਉੱਭਰੇ ਹੋਏ ਸਨ ਤੇ ਕਿਤੇ ਪਾਣੀ ਨੇ ਵਗ ਕੇ ਡੂੰਘੀਆਂ ਘਰਾਲਾਂ ਵਾਹ ਛੱਡੀਆਂ ਹੋਈਆਂ ਸਨ। ਤਿੰਨਾਂ ਗੱਲਾਂ ਨੇ ਰਲ ਕੇ ਸਾਈਕਲ ਨੂੰ ਰੇੜੇ ਪੈਣ ਵਿੱਚ ਕਾਫੀ ਦੇਰ ਲਾ ਦਿੱਤੀ। ਬਹੁਤਾ ਜ਼ੋਰ ਲੱਗਣ ਨਾਲ ਪ੍ਰੋਫੈਸਰ ਸਾਹਿਬ ਦੀ ਸੋਚ ਦਾ ਸਿਲਸਿਲਾ ਟੁੱਟਾ ਅਤੇ ਉਹਨਾਂ 2-4 ਪੈਰ ਆਪਣੇ ਧਿਆਨ ਪੂਰੇ ਜ਼ੋਰ ਨਾਲ ਮਾਰ ਕੇ ਕਾਠੀ ਉੱਤੇ ਪਲਾਕੀ ਮਾਰ ਦਿੱਤੀ। ਕਾਠੀ ਤੇ ਬੈਠਦਿਆਂ ਹੀ ਪ੍ਰੋਫੈਸਰ ਨੂੰ ਹੋਰ ਜ਼ੋਰ ਲਾਉਣਾ ਪਿਆ। ਟਾਇਰ ਖਿੰਗਰੀਲੇ ਕੱਚੇ ਰੋੜਿਆਂ ਤੇ ਥਿੜਕਦੇ ਸਨ ਤੇ ਸਾਈਕਲ ਖੱਬੇ ਸੱਜੇ ਡੋਲਦਾ ਵੱਲ ਖਾਂਦਾ ਹੌਲੀ ਵੱਧ ਰਿਹਾ ਸੀ। ਪ੍ਰੋਫੈਸਰ ਨੂੰ ਇਸ ਵਿੱਚ ਆਪਣੇ ਮੁੱਢਲੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ੱਕਤਾਂ ਨਾਲ ਸਮਾਨਤਾ ਜਾਪੀ। ਪੱਕੀ ਸੜਕ ਤੱਕ ਪਹੁੰਚਦਿਆਂ ਉਸਦਾ ਸਾਈਕਲ ਬਿਲਕੁਲ ਖਲੋ ਜਾਣ ਲੱਗਾ ਸੀ ਕਿ ਉਸਨੇ ਜ਼ੋਰ ਦੇ 1-2 ਧੱਕਿਆਂ ਨਾਲ ਉਸਨੂੰ ਸੜਕ ਤੇ ਚੜ੍ਹਾ ਹੀ ਲਿਆ। ਸੜਕ ਤੋਂ ਉਹ ਖੱਬੇ ਪਾਸੇ ਮੁੜਿਆ। ਇਤਿਹਾਸਿਕ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੀਆਂ ਪੌੜੀਆਂ ਦੇ ਲਾਗੇ ਸੰਘਣੀ ਧਰੇਕ ਦੀ ਨਿੱਕੀ ਜਿਹੀ ਹਰੀ ਭਰੀ ਛਾਂ ਹੇਠਾਂ ਕੁਝ ਮਰਦਾਵੀਆਂ ਅਤੇ ਜ਼ਨਾਨੀਆਂ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ। ਕੁਝ ਸਵਾਰੀਆਂ ਉਸਦੀ ਪਿੱਠ ਪਿੱਛੇ ਸੜਕ ਦੇ ਖੱਬੇ ਬੰਨੇ ਬਣਾਏ ਬੱਸ ਸਟੈਂਡ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀਆਂ ਸਨ। ਜੇਠ ਦਾ ਪਹਿਲਾ ਦਿਨ ਦੁਪਹਿਰ ਲੰਘਾ ਕੇ ਵੀ ਆਪਣਾ ਜੋਬਨ ਦਿਖਾ ਰਿਹਾ ਸੀ ਤੇ ਸਟੈਂਡ ਦੀ ਛਾਵੇਂ ਖੜੋਤੀ ਕੋਈ ਸਵਾਰੀ ਗਰਮੀ ਦੀ ਸ਼ਿਕਾਇਤ ਕਰਦੀ ਉਸਨੂੰ ਸੁਣਾਈ ਦੇ ਰਹੀ ਸੀ। ਕੱਚੀ ਤੇ ਉਖੜੀ ਪੁਖੜੀ ਸੜਕ ਤੇ ਜ਼ੋਰ ਲਾਉਣ ਨਾਲ ਪ੍ਰੋਫੈਸਰ ਨੂੰ ਪਸੀਨਾ ਆ ਗਿਆ ਸੀ। ਇਸ ਥਾਂ ਤੋਂ ਫਰਲਾਂਗ ਕੁ ਦੀ ਵਿੱਥ ਤੱਕ ਪੱਕੀ ਸੜਕ ਢਲਵਾਨ ਸੀ ਤੇ ਪ੍ਰੋਫੈਸਰ ਨੇ ਪੈਡਲ ਤੇ ਪੈਰ ਮਾਰਨੇ ਬੰਦ ਕਰ ਦਿੱਤੇ ਸਨ। ਸਾਈਕਲ ਰੇੜੇ ਪੈ ਗਿਆ ਸੀ। ਅਚਾਨਕ 2 ਕੁ ਤੇਜ਼ ਪੈਰ ਮਾਰ ਕੇ ਉਸਨੇ ਸਾਈਕਲ ਦੀ ਚਾਲ ਨੂੰ ਹੋਰ ਤਿੱਖੀ ਕਰ ਦਿੱਤਾ। ਸਾਹ ਰੋਕ ਕੇ ਖੜੀ ਹਵਾ ਵੀ ਮਾਨੋ ਸ਼ੂਕ ਕੇ ਵਗਣ ਲੱਗੀ ਅਤੇ ਉਸਨੂੰ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਵਿਤਾ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਦਾ ਚੇਤਾ ਕਰਾਇਆ। ਉਸਨੂੰ ਚੇਤਾ ਆਇਆ ਕਿ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਤੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਹੈ, ਉਸ ਦੀ ਉਡੀਕ ਕਰਦੇ ਖੰਭ ਉਸਨੂੰ ਉਸ ਚੋਟੀ ਤੇ ਮਿਲਦੇ ਹਨ। ਉਹ ਸੋਚਣ ਲੱਗਾ, ਜਿਵੇਂ ਮਿਹਨਤ ਕਰਕੇ ਵੀ ਉਹ ਆਪਣੇ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਹੋਵੇ ਤੇ ਜੇ ਪਹੁੰਚ ਗਿਆ ਹੋਵੇ ਤੇ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸਦੀ ਉਡੀਕ ਲਈ ਕੋਈ ਖੰਭ ਹੀ ਨਾ ਆਏ ਹੋਣ। ਉਹ ਉਤਰਾਈ ਨੂੰ ਮਾਨੋ ਸਰ ਕਰਦਾ ਪੱਧਰੀ ਧਰਤ ਤੇ ਉਤਰ ਆਇਆ ਸੀ ਅਤੇ ਹੁਣ ਆਮ ਜਿਹੀ ਚਾਲ ਨਾਲ ਫਾਟਕਾਂ ਦੇ ਵਿੱਚੋਂ ਰੇਲਵੇ ਦੀ ਲਾਈਨ ਨੂੰ ਪਾਰ ਕਰ ਰਿਹਾ ਸੀ। ਉਸਨੂੰ ਉਸ ਕਵਿਤਾ ਦੀ ਉਸ ਤੁਕਤੀ ਸੱਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ, ਭਾਵੇਂ ਉਹ ਕਿੱਡੀ ਉੱਚੀ ਹੋਵੇ, ਅੰਤ ਜ਼ਰੂਰ ਹੁੰਦਾ ਹੈ। ਰੇਲਵੇ ਦੀ ਲਾਈਨ ਪਾਰ ਕਰਕੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਜੇਠ ਦੀ ਧੁੱਪ ਨੇ ਕਈਆਂ ਥਾਵਾਂ ਤੋਂ ਸੜਕ ਦੀ ਲੁੱਕ ਨੂੰ ਪਿਘਲਾ ਦਿੱਤਾ ਸੀ ਅਤੇ ਕੰਢਿਆਂ ਤੋਂ ਇਹ ਵਧੇਰੇ ਪੰਘਰੀ ਹੋਈ ਸੀ। ਇਹ ਲੁੱਕ ਉਸਦੇ ਸਾਈਕਲ ਦੇ ਪਹੀਆਂ ਨੂੰ ਪਕੜ ਕਰ ਰਹੀ ਸੀ ਅਤੇ ਉਹ ਇਸ ਤੋਂ ਬਚ ਕੇ ਪਕੇਰੀ ਲੁੱਕ ਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਧੇਰੇ ਵਾਹੀਆਂ ਅਣਵਾਹੀਆਂ ਪੈਲੀਆਂ ਖਾਕੀ ਮਿੱਟੀ ਉਗਾੜ ਕੇ ਮਾਨੋ ਅਗੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸਨ।
ਜੇਠ ਦੀ ਧੁੱਪ ਵਿੱਚ ਕੰਢੇ ਤੇ ਉੱਕੀਆਂ ਉੱਚੀਆਂ ਡਾਲੀਆਂ ਦੇ ਨਿੱਕੀ ਜਿਹੀ ਨੁੱਕਰ ਵਾਲੇ ਗੋਲ ਪੱਤੇ ਆਪਣੀ ਹਰਿਆਵਲ ਨਾਲ ਪ੍ਰੋਫੈਸਰ ਸਾਹਿਬ ਦੇ ਗਰਮ ਹੋਏ ਚੋਂਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ ਸੰਘਣੀ ਠੰਡ ਪਾਉਂਦੇ ਸਨ। ਭਾਵੇਂ ਉਹਨਾਂ ਦੀ ਛਾਂ ਨਾ ਹੀ ਪ੍ਰੋਫੈਸਰ ਤੇ ਨਾ ਹੀ ਸੜਕ ਤੇ ਕਿਸੇ ਭਾਗ ਤੇ ਪੈ ਰਹੀ ਸੀ। ਬਰਸਾਤੀ ਪਾਣੀ ਨੂੰ ਕੱਢਣ ਲਈ ਬਣੇ ਇਸ ਵੇਲੇ ਸੁੱਕੇ ਨਾਲੇ ਦੇ ਕੰਢੇ ਤੇ ਅੱਕ ਦੇ ਝਾੜਾਂ ਦੀ ਬਹਾਰ ਦੇਖਣ ਵਾਲੀ ਸੀ। ਪੰਛੀ ਉੱਡਦੇ ਘੱਟ ਹੀ ਨਜ਼ਰ ਆਉਂਦੇ ਸਨ। ਦੂਰ ਟਾਹਲੀ ਵਿੱਚ ਲੁਕ ਕੇ ਬੈਠੀ ਘੁੱਗੀ ਆਪਣੀ ਘੁੱਗੂ ਘੂੰ ਦੀ ਮਿੱਠੀ ਕਰੁਣਾ ਭਰੀ ਆਵਾਜ਼ ਨਾਲ ਉਹਨਾਂ ਦੀ ਹੋਂਦ ਦੀ ਗਵਾਹੀ ਦੇ ਰਹੀ ਸੀ। ਅਚਾਨਕ ਮਾੜੀ ਜਿਹੀ ਖੜ-ਖੜ ਦੀ ਆਵਾਜ਼ ਪ੍ਰੋਫੈਸਰ ਨੂੰ ਸੁਣਾਈ ਦਿੱਤੀ। ਹਾਲੇ ਤੱਕ ਬਿਨਾਂ ਇੱਕ ਬੱਸ ਦੇ ਉਸਦੇ ਲਾਗੋਂ ਕੋਈ ਨਹੀਂ ਸੀ ਲੰਘਿਆ। ਉਸਨੇ ਸੁੱਤੇ ਸਿੱਧ ਆਪਣੇ ਪੈਰ ਤੇਜ਼ ਪਾਣੇ ਸ਼ੁਰੂ ਕਰ ਦਿੱਤੇ, ਪਰ ਖੜ-ਖੜ ਕਰਦਾ ਸਾਈਕਲ ਉਸਦੇ ਲਾਗੋਂ ਦੀ ਲੰਘ ਹੀ ਗਿਆ। ਪਹਿਲੋਂ ਤਾਂ ਪ੍ਰੋਫੈਸਰ ਨੇ ਸੋਚਿਆ ਕਿ ਉਹ ਸਾਈਕਲ ਨੂੰ ਜ਼ਰਾ ਹੋਰ ਤੇਜ਼ ਕਰਕੇ ਲਾਲ ਚੀਰੇ ਵਾਲੇ ਨੌਜਵਾਨ ਦੇ ਲਾਗੋਂ ਦੀ ਨਿਕਲ ਕੇ ਦੱਸ ਦੇ ਵੀ ਭਾਵੇਂ ਉਸਦੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ, ਪਰ ਹਾਲੇ ਉਹ ਜਵਾਨਾਂ ਕੋਲੋਂ ਮਾਰ ਨਹੀਂ ਖਾਂਦਾ। ਪਰ ਛੇਤੀ ਹੀ ਉਸਦੇ ਦਿਲ ਵਿੱਚ ਚਲੋ ਜਾਣ ਦਿਓ ਦਾ ਭਾਵ ਤਿਬਰ ਹੋ ਗਿਆ ਤੇ ਉਸਨੇ ਆਪਣੇ ਪੈਰਾਂ ਨੂੰ ਤੇਜ਼ ਹੋਣ ਤੋਂ ਰੋਕ ਦਿੱਤਾ। ਪਤਾ ਨਹੀਂ ਕਿਸਾਨ-ਨੁਮਾ ਸਾਈਕਲ ਸਵਾਰ ਨੂੰ ਕੀ ਭੱਜੜ ਪਈ ਹੋਈ ਸੀ। ਉਹ ਲੱਕੜ ਦੇ ਗੁਟਕਿਆਂ ਵਾਲੇ ਖੜਖੜਾਉਂਦੇ ਸਾਈਕਲ ਨੂੰ ਧੱਸੀ ਜਾ ਰਿਹਾ ਸੀ। ਦੋ ਪਹੀਆਂ ਤੇ ਦੌੜੇ ਜਾਂਦੇ ਸਾਈਕਲ ਨੂੰ ਦੇਖ ਕੇ ਇਸ ਕਾਢ ਦੀ ਅਹਿਮੀਅਤ ਦਾ ਖਿਆਲ ਉਸਦੇ ਦਿਮਾਗ ਵਿੱਚ ਲਿਸ਼ਕ ਗਿਆ। ਕਿਵੇਂ ਇੱਕੋ ਲਾਈਨ ਵਿੱਚ ਅੱਗੇ ਪਿੱਛੇ ਜੋੜੇ ਦੋ ਪਹੀਏ ਇੱਕ ਤੇਜ਼ ਸਵਾਰੀ ਦਾ ਸਾਧਨ ਬਣ ਗਏ ਸਨ। ਉਸ ਦਾ ਮਨ ਦੌੜ ਕੇ ਇਸ ਖਿਆਲ ਵੱਲ ਜਾ ਪਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ। ਤੇ ਫਿਰ ਉਸ ਨੂੰ ਕੱਲ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਦੀ ਖਬਰ ਵਿੱਚੋਂ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਫਿਰਕਾ ਯਾਦ ਆਇਆ ਕਿ ਜਿੱਥੇ ਦੂਜਿਆਂ ਦੇਸ਼ਾਂ ਵਿੱਚ ਸਪੂਤਨਿਕਾਂ ਹਵਾਈ ਜਹਾਜ਼ਾਂ ਜਾਂ ਘੱਟੋ-ਘੱਟ ਕਾਰਾਂ ਦਾ ਯੁੱਗ ਆ ਗਿਆ ਹੈ, ਉੱਥੇ ਭਾਰਤ ਹਾਲੇ ਮਸੀਂ ਸਾਈਕਲ ਦੇ ਯੁੱਗ ਤੱਕ ਪਹੁੰਚਿਆ ਹੈ। ਕਿੰਨੇ ਫੀਸਦੀ ਆਦਮੀ ਹਨ ਭਾਰਤ ਦੇ ਜਿਨ੍ਹਾਂ ਕੋਲ ਸਵਾਰੀ ਲਈ ਸਾਈਕਲ ਵੀ ਹਨ? ਉਸ ਸੋਚਿਆ। ਉਸਨੂੰ ਇਹ ਸੰਖਿਆ ਨਿਗੂਣੀ ਜਿਹੀ ਜਾਪੀ। ਉਸਨੇ ਫੈਸਲਾ ਕੀਤਾ, ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ। ਇਹ ਵੀ ਸਾਡੀ ਇੱਕ ਖੁਸ਼ਫਹਿਮੀ ਹੈ ਕਿ ਸਾਈਕਲ ਗਰੀਬਾਂ ਦੀ ਸਵਾਰੀ ਹੈ। ਸਾਈਕਲ ਕਾਲ ਵੀ ਤਾਂ ਭਾਰਤ ਦੀ ਗਰੀਬੀ ਦਾ ਸੂਚਕ ਹੈ। ਉਸਨੂੰ ਸਾਈਕਲ ਦੇ ਨਾਂ ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ। ਉਸਨੂੰ ਪ੍ਰਤੀਤ ਹੋਇਆ ਕਿ ਉਸਦੀ ਧੋਬੀ ਦੀ ਧੋਤੀ ਚਿੱਟੀ ਪਤਲੂਨ ਤੇ ਬੁਸ਼ਰਟ ਵਿੱਚੋਂ ਉਸਦੀ ਕਾਲੀ ਤੇ ਗਲੀਜ਼ ਗਰੀਬੀ ਫੁੱਟ ਪਈ ਹੈ ਤੇ ਸਾਰੀ ਦੁਨੀਆ ਨੇ ਉਸਨੂੰ ਦੇਖ ਲਿਆ ਹੈ। ਉਹਨਾਂ ਗਰੀਬ ਲੋਕਾਂ ਨੇ ਵੀ ਜੋ ਉਸਦੀ ਚਿੱਟੀ ਪਤਲੂਨ ਨੂੰ ਉਸਦੀ ਅਮੀਰੀ ਜਾਂ ਅਫਸਰੀ ਦਾ ਚਿੰਨ੍ਹ ਸਮਝ ਕੇ ਬਿਨਾਂ ਜਾਣ ਪਛਾਣ ਤੋਂ ਹੀ ਸਲਾਮਾ ਮਾਰਦੇ ਰਹਿੰਦੇ ਸਨ। ਅਸਲ ਵਿੱਚ ਉਸਨੂੰ ਬੁੱਢੇ ਵਾਰੀ ਮੁੱਢਲੀ ਤਨਖਾਹ ਤੇ ਲੈਕਚਰਾਰੀ ਮਿਲੀ ਸੀ ਤੇ ਟੱਬਰਦਾਰੀ ਉਸਦੀ ਵੱਡੀ ਸੀ। ਦੂਜੇ ਬੰਨਿਓਂ ਇੱਕ ਬੱਸ ਆ ਰਹੀ ਸੀ ਤੇ ਉਸ ਦੂਰੋਂ ਹੀ ਹਾਰਨ ਵਜਾਇਆ ਸੀ। ਲਾਲ ਚਿਰੇ ਵਾਲਾ ਸਾਈਕਲ ਸਵਾਰ ਸੜਕ ਤੋਂ ਥੱਲੇ ਉਤਰ ਗਿਆ ਸੀ। ਪ੍ਰੋਫੈਸਰ ਨੂੰ ਵੀ ਖੱਬੇ ਬੰਨੇ ਉਤਰਨਾ ਪਿਆ ਤੇ ਉਸਨੇ ਇਸ ਆਪਣੇ ਬਚਾਅ ਦੇ ਕੰਮ ਨੂੰ ਵੀ ਆਪਣੀ ਹੱਦ ਤੱਕ ਸਮਝਿਆ ਸੀ। ਅੱਜ ਜੇ ਉਸਦੇ ਕੋਲ ਕਾਰ ਹੁੰਦੀ ਤਾਂ ਉਸਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ। ਤੇ ਹੋਰ ਦੇਖੋ, ਇਹ ਭੂਤਨੀ ਉਸਦੇ ਅੱਧੇ ਚਿੱਟੇ ਸਿਰ ਵਿੱਚ ਧੂੜ ਦੀ ਟੋਕਰੀ ਪਾ ਕੇ ਚੱਲਦੀ ਬਣੀ ਸੀ ਅਤੇ ਉਸਦੀਆਂ ਅੱਖਾਂ ਅੱਗੇ ਕੁਝ ਚਿਰ ਲਈ ਹਨੇਰਾ ਤਾਣ ਗਈ ਸੀ। ਧੂੜ ਦੀ ਧੁੰਦ ਵਿੱਚੋਂ ਕਿਸਾਨ ਸਾਈਕਲ ਸਵਾਰ ਉਸਨੂੰ ਸੜਕ ਤੇ ਚੜ੍ਹਦਾ ਦਿਸਿਆ। ਇੱਕ ਤੀਵੀਂ ਦਾ ਬੁੱਤ ਉਸਨੂੰ ਸੜਦੇ ਘੱਟੇ ਵਿੱਚ ਤੁਰਦਾ ਦਿਸ ਰਿਹਾ ਸੀ। ਉਸਦੀ ਪਿੱਠ ਪ੍ਰੋਫੈਸਰ ਸਾਹਿਬ ਵੱਲ ਸੀ ਅਤੇ ਉਹ ਉਸ ਪਾਸੇ ਜਾ ਰਹੀ ਸੀ ਜਿਸ ਪਾਸੇ ਦੋਵੇਂ ਸਾਈਕਲ ਸਵਾਰ। ਅੰਦਾਜ਼ੇ ਤੋਂ ਪ੍ਰੋਫੈਸਰ ਨੇ ਜਾਣਿਆ ਕਿ ਤੀਵੀਂ ਨੇ ਸਾਈਕਲ ਸਵਾਰ ਨੂੰ ਕੁਝ ਕਿਹਾ ਹੈ ਤੇ ਉਸਨੇ ਮੁੜ ਕੇ ਤੀਵੀਂ ਵੱਲ ਦੇਖਿਆ ਹੈ, ਪਰ ਸਾਈਕਲ ਸਵਾਰ ਝੱਟ ਹੀ ਤੀਵੀਂ ਤੋਂ ਦੂਰ ਲੰਘ ਚੁੱਕਾ ਸੀ। ਹੁਣ ਪ੍ਰੋਫੈਸਰ 2 ਮੀਲ ਪੈਂਡਾ ਕਰ ਚੁੱਕਾ ਸੀ ਤੇ ਉਸਦੀ ਸਵੇਰੇ ਹੀ ਸ਼ੇਵ ਕੀਤੀ ਤਿੱਖੀ ਠੋਡੀ ਤੋਂ ਪਸੀਨਾ ਵਗ ਤੁਰਿਆ ਸੀ। ਸੱਜੇ ਹੱਥ ਨਾਲ ਰੁਮਾਲ ਕੱਢ ਕੇ ਉਸ ਆਪਣਾ ਮੂੰਹ ਪੂੰਝਿਆ ਅਤੇ ਰੁਮਾਲ ਜੇਬ ਵਿੱਚ ਪਾ ਕੇ
ਹੈਂਡਲ ਫਿਰ ਦੋਹਾਂ ਹੱਥਾਂ ਨਾਲ ਸੰਭਾਲ ਲਿਆ। ਹੁਣ ਉਸ ਦਾ ਸਾਈਕਲ ਉਸ ਤੀਵੀਂ ਦੇ ਬਰਾਬਰ ਪਹੁੰਚ ਰਿਹਾ ਸੀ। ਤੀਵੀਂ ਦੇ ਕੰਨ ਖੜੇ ਹੋ ਗਏ ਸਨ ਤੇ ਸਾਈਕਲ ਦੇ ਬਰਾਬਰ ਪਹੁੰਚਦਿਆਂ ਉਸਨੇ ਕਿਹਾ, ਬੇ ਵੀਰਾ, ਸਾਈਕਲ ਵਾਲਿਆ, ਮੈਨੂੰ ਵੀ ਨਾਲ ਲੈ ਚੱਲ। ਪ੍ਰੋਫੈਸਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਤੇ ਫਿਰ ਮੂੰਹ ਸਿੱਧਾ ਕਰਕੇ ਸਾਈਕਲ ਚਲਾਈ ਗਿਆ। ਅੱਧ ਫਰਲਾਂਗ ਜਾ ਕੇ ਉਸਦਾ ਸਾਈਕਲ ਰੁਕ ਗਿਆ, ਜਿਵੇਂ ਮਾਈ ਦੇ ਹੱਥਾਂ ਨੇ ਆ ਕੇ ਉਸਦੀਆਂ ਬ੍ਰੇਕਾਂ ਨੂੰ ਬੰਨ੍ਹ ਦਿੱਤਾ ਹੋਵੇ। ਉਸ ਸਾਈਕਲ ਪਿਛਾਂਹ ਮੋੜਿਆ ਤੇ ਸੋਚਣ ਲੱਗਾ ਕਿ ਲਾਲ ਚਿਹਰੇ ਵਾਲੇ ਸਾਈਕਲ ਸਵਾਰ ਨੇ ਉਸਨੂੰ ਸ਼ਹਿਰ ਤੱਕ ਕਿਉਂ ਨਾ ਚੜਾ ਲਿਆ, ਜਦ ਕਿ ਸ਼ਹਿਰ ਹੁਣ ਮਸੀਂ ਮੀਲ ਕੁ ਰਹਿ ਗਿਆ ਸੀ। ਉਹ ਸਾਈਕਲ ਸਵਾਰ ਉਸਨੂੰ ਪੱਥਰ ਦਿਲ ਜਾਪਿਆ, ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮੁਹਤਾਜ ਨੂੰ ਮੁਸ਼ਕਿਲ ਵਿੱਚ ਛੱਡ ਕੇ ਅਗਾਂਹ ਲੰਘ ਗਿਆ ਸੀ। ਉਸਨੂੰ ਆਪਣੀ ਗਲਤੀ ਠੀਕ ਕਰਦਿਆਂ ਖੁਸ਼ੀ ਪ੍ਰਤੀਤ ਹੋ ਰਹੀ ਸੀ। ਉਸਨੇ ਕੋਲ ਜਾ ਕੇ ਮਾਈ ਨੂੰ ਪੁੱਛਿਆ, ਮਾਈ, ਕਿੱਥੇ ਜਾਣਾ ਈ? ਬੇ ਵੀਰਾ, ਮੈਂ ਜਾਣਾ ਸਹੇੜੇ। ਸਹੇੜਾ ਕਿੱਥੇ ਹੈ? ਬਾਗਾਂ ਵਾਲੇ ਦੇ ਗੈਲ 3 ਕੋ। ਪ੍ਰੋਫੈਸਰ ਨੇ ਸਮਝਿਆ ਸੀ ਮਾਈ ਨੇ ਉਸਦੇ ਸ਼ਹਿਰ ਜਾਣਾ ਹੈ ਜੋ ਮਸੀਂ ਮੀਲ ਕੁ ਸੀ ਉੱਥੋਂ, ਪਰ ਬਾਗਾਂ ਵਾਲਾ ਤਾਂ ਉੱਥੋਂ 9 ਮੀਲ ਸੀ। ਮਾਈ ਬਹੁਤ ਹੀ ਬੁੱਢੀ ਸੀ, ਸੁੱਕੀ ਹੋਈ ਭੂਗੜੀ। ਉਸਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ। ਪੈਰ ਉਸਦੇ ਨੰਗੇ ਸਨ। ਪਤਾ ਨਹੀਂ ਉਹ ਭੁੱਬਲ ਵਰਗੀ ਧੂੜ ਵਿੱਚ ਕਿਵੇਂ ਖੜੀ ਸੀ। ਕਾਲੀ ਗੰਦੀ ਸੁੱਥਣ ਨੂੰ 100 ਕੁ ਰੰਗ ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ। ਉਹ ਜਿਹਾ ਹੀ ਕੁੜਤਾ ਸੀ ਜਿਸ ਦਾ ਰੰਗ ਨਹੀਂ ਪਛਾਣਿਆ ਜਾ ਸਕਦਾ ਸੀ। ਮੈਲ ਨੇ ਉਸਦਾ ਰੰਗ ਮਾਰ ਹੀ ਛੱਡਿਆ ਹੋਇਆ ਸੀ। ਸਿਰ ਤੇ ਬਟੇਰਿਆਂ ਦੇ ਜਾਲ ਵਰਗੀ ਤੰਦੋ ਤੰਦ ਚੁੰਨੀ ਸੀ, ਜਿਸਨੂੰ ਚੁੰਨੀ ਕਹਿਣਾ ਚੁੰਨੀ ਸ਼ਬਦ ਦੀ ਹੱਦ ਤੱਕ ਸੀ। ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਮਿਚਕ ਗਿਆ ਤੇ ਉਸ ਆਪਣੀਆਂ ਨਜ਼ਰਾਂ ਉਸਦੀ ਸੋਟੀ ਤੇ ਕੇਂਦਰਿਤ ਕਰ ਲਈਆਂ। ਥੱਲਿਓਂ ਪਾਟੀ ਹੋਈ ਤੇ ਬਾਹਰ ਨੂੰ ਖਿਲਰੀਆਂ ਹੋਈਆਂ ਫਾਂਕਾਂ ਵਾਲੀ ਤੂਤ ਦੀ ਟਾਹਣੀ ਸੀ ਇਹ। ਮੈਂ ਤੇ ਸ਼ਹਿਰ ਜਾਣਾ ਹੈ, ਮਸੀਂ 1 ਮੀਲ ਹੈ ਇੱਥੋਂ। ਪੌਣਾ ਕੁ ਕਹੋ, ਪ੍ਰੋਫੈਸਰ ਨੇ ਕਿਹਾ, ਇਸ ਬੇਰਹਿਮੀ ਭਰੀ ਆਸ ਨਾਲ ਕਿ ਉਹ ਆਪੇ ਹੀ ਨਾ ਕਰ ਦੇਵੇਗੀ। ਪਰ ਹੋਇਆ ਉਸਦੀ ਐਨ ਉਲਟ। ਉਸ ਸਰਲੇ ਭਰੀ ਆਵਾਜ਼ ਵਿੱਚ ਕਿਹਾ, ਹਾੜੇ ਹਾੜੇ ਵੀਰ, ਉੱਥੋਂ ਤਿੱਕਣ ਹੀ ਲੈ ਚੱਲ। ਪ੍ਰੋਫੈਸਰ ਨੂੰ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਅਖੌਤ ਯਾਦ ਆਈ। ਉਸ ਕਿਹਾ, ਮਾਈ, ਬਹਿ ਜਾ ਪਿੱਛੇ। ਕਿੱਥੇ ਬੈਠਾਂ? ਕਿਵੇਂ ਬੈਠਾਂ? ਮੈਨੂੰ ਚੁੱਕ ਕੇ ਚੜਾ ਲੈ, ਨਾਲੇ ਇਹ ਲੈ ਮੇਰਾ ਥੈਲਾ। ਗੰਦੇ ਥੈਲੇ ਵਿੱਚ ਇੱਕ ਗੰਦਾ ਪਾਟਾ ਹੋਇਆ ਡੱਬੀਦਾਰ ਖੇਸ ਸੀ। ਪ੍ਰੋਫੈਸਰ ਨੇ ਦੰਦਾਂ ਦੀ ਕਚੀਚੀ ਵੱਟ ਕੇ ਉਸਨੂੰ ਦੂਰ ਰੱਖਣ ਦੀ ਨੀਅਤੋਂ ਸਾਈਕਲ ਦੀ ਬੱਤੀ ਦੀ ਹੁੱਕ ਨਾਲ ਲਮਕਾਉਣ ਦਾ ਯਤਨ ਕੀਤਾ, ਪਰ ਮਡਗਾਰਡ ਤੋਂ ਉਹ ਇੱਕ ਪਾਸੇ ਉਲਰ ਗਿਆ, ਸੋ ਉਸਨੂੰ ਉਹ ਹੈਂਡਲ ਨਾਲ ਹੀ ਲਟਕਾਉਣਾ ਪਿਆ। ਇੱਕ ਬਾਂਹ ਦਾ ਸਹਾਰਾ ਦੇ ਕੇ ਮਾਣੋ ਅੱਖਾਂ ਮੀਟ ਕੇ ਉਸਨੇ ਉਸਨੂੰ ਪਿੱਛੇ ਕੈਰੀਅਰ ਤੇ ਬਿਠਾ ਲਿਆ। ਉਹ ਬੱਚੇ ਦੇ ਭਾਰ ਜਿੰਨੀ ਹੌਲੀ ਸੀ। ਪ੍ਰੋਫੈਸਰ ਨੇ ਹੱਥ ਨੂੰ ਲੱਗੇ ਮਾਈ ਦੇ ਬਦਬੂ ਭਰੇ ਪਸੀਨੇ ਦੀ ਹੁਣ ਕੋਈ ਪਰਵਾਹ ਨਾ ਕੀਤੀ, ਕਿਉਂਕਿ ਉਸਦਾ ਧਿਆਨ ਹੁਣ ਹੋਰ ਖਿਆਲਾਂ ਵੱਲ ਲੱਗ ਗਿਆ ਸੀ। ਸਾਈਕਲ ਨੂੰ ਥੋੜਾ ਜਿਹਾ ਰੇੜੇ ਪਾ ਕੇ ਅੱਗੇ ਦੀ ਪੈਰ ਕੱਢ ਕੇ ਕਾਠੀ ਤੇ ਬੈਠ ਕੇ ਉਹ ਉਸ ਨੂੰ ਚਲਾਉਣ ਲੱਗਾ। ਉਸਨੇ ਝੱਟ ਹੀ ਪਤਾ ਕਰ ਲਿਆ ਕਿ ਉਸ ਮਾਈ ਦਾ ਕੋਈ ਸੰਗ ਸਾਕ ਨਹੀਂ ਸੀ। ਉਹ ਜੇਠ ਦੀ ਸੰਗਰਾਂਦ ਨੂੰ ਤੁਰ ਕੇ 13, 14, 15 ਮੀਲ ਤੇ ਗੁਰਦੁਆਰੇ ਆਈ ਸੀ। ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਉਸਦਾ ਕੁਝ ਵੀ ਨਹੀਂ ਸੀ। ਜੇ ਆਂਢ ਗੁਆਂਢ ਆਪੇ ਹੀ ਉਸਨੂੰ ਕੁਝ ਖਾਣ ਨੂੰ ਦੇ ਦੇਣ ਤਾਂ ਉਹ ਲੈ ਲੈਂਦੀ, ਪਰ ਉਹ ਆਪ ਕਿਸੇ ਦੇ ਘਰੋਂ ਕੁਝ ਮੰਗਣ ਨਹੀਂ ਸੀ ਜਾਂਦੀ, ਭਾਵੇਂ ਉਸਨੂੰ ਦਿਹਾੜੀ ਡੰਗ ਭੁੱਖੀ ਹੀ ਕਿਉਂ ਨਾ ਰਹਿਣਾ ਪਵੇ। ਕਿਸੇ ਤਰ੍ਹਾਂ ਪ੍ਰੋਫੈਸਰ ਦੇ ਦਿਲ ਵਿੱਚ ਇਹ ਜਾਣਦਿਆਂ ਵੀ ਕਿ ਉਹ ਉਸਦੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਨਹੀਂ ਹੋਵੇਗੀ, ਇਹ ਸ਼ੁਭ ਭਾਵਨਾ ਉੱਠੀ ਕਿ ਉਹ ਉਸਨੂੰ ਆਪਣੇ ਘਰ ਹੀ ਲੈ ਜਾਵੇ।
ਪਰ ਇਹ ਸ਼ੁਭ ਇੱਛਾ ਉਸਦੇ ਵੱਡੇ ਟੱਬਰ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਰਹਿ ਗਈ। ਉਸਨੂੰ ਪ੍ਰਤੀਤ ਹੋਇਆ ਕਿ ਉਹ ਬੇਵੱਸ ਸੀ। ਉਸਦੇ ਦਿਲ ਵਿੱਚ ਫਿਰ ਵੀ ਨਿੱਕੀ ਜਿਹੀ ਨੇਕੀ ਕਰਨ ਦੀ ਇੱਛਾ ਉਭਰੀ। ਉਹ ਉਸਨੂੰ ਬੱਸ ਤੇ ਬਿਠਾ ਦੇਵੇ। ਪਰ ਅੰਗਰੇਜ਼ੀ ਦਾ ਮਹੀਨਾ ਅਖੀਰਲੇ ਹਫ਼ਤੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀ। ਉਸਨੂੰ ਪਤਾ ਸੀ ਕਿ ਉਸਦੀ ਜੇਬ ਵਿੱਚ ਕੁੱਲ 30 ਨਵੇਂ ਪੈਸੇ ਹਨ ਤੇ ਇਹ ਪੈਸੇ ਤਾਂ ਮਸੀਂ ਉਸਨੂੰ ਉਸਦੀ ਮੰਜ਼ਿਲ ਦੇ ਅੱਧ ਵਿੱਚ ਵੀ ਨਹੀਂ ਅਪੜਾ ਸਕਣਗੇ। ਪਰ ਚਲੋ, ਅੱਧ ਤੱਕ ਹੀ ਸਹੀ, ਇਸ ਦਾ ਕੁਝ ਭਾਰ ਤੇ ਹਲਕਾ ਹੋਵੇਗਾ। ਪ੍ਰੋਫੈਸਰ ਨੇ ਸੋਚਿਆ, ਮੈਂ ਕਹਿ ਦੇਵਾਂਗਾ ਕਿ ਉਹ ਅੱਗੋਂ ਦਿਨ ਢਲੇ ਤੁਰੇ ਤੇ ਮੂਰਖਤਾ ਨਾਲ ਪੈਰ ਨਾ ਸਾੜੇ। ਪਰ ਅਚਾਨਕ ਉਸਦੇ ਸਾਹਮਣੇ ਨੰਨੇ ਦਿਨੇਸ਼ ਦਾ ਚਿਹਰਾ ਆਣ ਖਲੋਤਾ, ਜਿਹੜਾ ਦਿਨ ਚੜ੍ਹਦਿਆਂ ਹੀ ਰਸ ਦੀ ਰੱਟ ਲਗਾ ਦਿੰਦਾ ਸੀ। ਤੇ ਰਸ ਵੀ ਕੋਈ ਸੁਗਾਤ ਹੈ, ਸੁੱਕੀ ਹੋਈ ਰੋਟੀ 3 ਨਵਿਆਂ ਪੈਸਿਆਂ ਦੀ। ਤੇ 3 ਨਵੇਂ ਪੈਸੇ ਵੀ ਕੋਈ ਆਪਣੇ ਬੱਚੇ ਤੇ ਉਸਦੀ ਖੁਸ਼ੀ ਲਈ ਨਾ ਖਰਚ ਸਕੇ ਤੇ ਉਸਨੂੰ ਸਾਰਾ ਦਿਨ ਰੋਂਦਾ ਰੱਖੇ। ਉਹ ਫਿਰ ਸੋਚਣ ਲੱਗਾ, ਤੇ ਇਹ ਬੁੱਢੇ ਜਿਨ੍ਹਾਂ ਦਾ ਕੋਈ ਨਹੀਂ, ਇਹਨਾਂ ਦਾ ਕੀ ਬਣੇ? ਇਹਨਾਂ ਦੀ ਪਾਲਣਾ ਕੌਣ ਕਰੇ? ਜੇ ਕੋਈ ਵੀ ਨਾ ਕਰੇ ਤਾਂ ਇਹ ਮੰਗਤਿਆਂ ਦੀਆਂ ਫੌਜਾਂ ਵਿੱਚ ਭਰਤੀ ਹੋਣ ਕਿ ਨਾ? ਮੈਂ ਕੁਝ ਪੈਸੇ ਲੋਕਾਂ ਕੋਲੋਂ ਮੰਗ ਕੇ ਤੇ ਕੁਝ ਆਪਣੇ ਕੋਲੋਂ ਪਾ ਕੇ ਇਸ ਮਾਈ ਨੂੰ ਬਾਗਾਂ ਵਾਲੇ ਦੀ ਟਿਕਟ ਲੈ ਦਿਆਂ। ਝੱਟ ਹੀ ਉਹ ਹੋਰ ਤਰ੍ਹਾਂ ਸੋਚਣ ਲੱਗ ਪਿਆ। ਪੈਸੇ ਮੰਗਾਂਗਾ ਤਾਂ ਲੋਕੀ ਕਹਿਣਗੇ, ਪ੍ਰੋਫੈਸਰ 8 ਆਨਿਆਂ ਦੇ ਪੈਸੇ ਵੀ ਆਪਣੇ ਕੋਲੋਂ ਨਹੀਂ ਖਰਚ ਸਕਦਾ, ਤੇ ਮੇਰੀਆਂ ਸਲਾਮਾਂ ਮੈਥੋਂ ਖੁੱਸ ਜਾਣਗੀਆਂ। ਉਸ ਦੇ ਵਿਚਾਰਿਆਂ ਨੇ ਹੋਰ ਪਾਸਾ ਪਰਤਾਇਆ। ਅੱਛਾ, ਮੈਂ ਆਪ ਹੀ ਉਸਨੂੰ ਬਾਗਾਂ ਵਾਲੇ ਤੱਕ ਕਿਉਂ ਨਾ ਛੱਡ ਆਵਾਂ। ਹੁਣ ਉਸਨੂੰ ਆਪਣੇ ਬੁਢੇਪੇ ਦਾ ਅਹਿਸਾਸ ਹੋਇਆ, ਜਿਸਨੂੰ ਉਹ ਕਦੇ ਕਿਸੇ ਸਾਹਮਣੇ ਨਹੀਂ ਸੀ ਮੰਨਦਾ। ਨਾਲੇ ਉਸ ਰੋਟੀ ਵੀ ਹਾਲੀ ਖਾਣੀ ਸੀ। ਥਕਾਵਟ ਨਾਲ ਉਸ ਚੂਰ ਹੋ ਜਾਣਾ ਸੀ ਤੇ ਉਸ ਕੋਲੋਂ ਪੜ੍ਹਾਉਣ ਲਈ ਪੜ੍ਹ ਲਿਖ ਨਹੀਂ ਸੀ ਹੋਣਾ। ਜਮਾਤ ਵਿੱਚ ਗੱਪਾਂ ਮਾਰਨ ਦੀ ਉਸਦੀ ਆਦਤ ਨਹੀਂ ਸੀ ਅਤੇ ਪੈਸੇ ਲੈ ਕੇ ਤਸੱਲੀ ਨਾਲ ਨਾ ਪੜ੍ਹਾਉਣਾ ਉਹ ਪਾਪ ਸਮਝਦਾ ਸੀ। ਉਸਨੂੰ ਜੇਬ ਵਿਚਲੇ ਪੈਸਿਆਂ ਨਾਲ ਬੁੱਢੀ ਦੀ ਸਹਾਇਤਾ ਕਰਨ ਦਾ ਫਿਰ ਉਲੇਲ ਉੱਠਿਆ। ਪਰ ਝੱਟ ਹੀ ਉਸਨੂੰ ਚੇਤਾ ਆਇਆ ਕਿ ਉਸਨੇ ਧੋਬੀ ਦੀ ਧੁਆਈ ਵੀ ਦੇਣੀ ਹੈ ਤੇ ਧੋਬੀ ਇੱਕ ਅੱਧਾ ਤਗਾਦਾ ਵੀ ਕਰ ਗਿਆ ਸੀ। ਸ਼ਹਿਰ ਦਾ ਮੋੜ ਆ ਗਿਆ ਸੀ ਤੇ ਨਾ ਚਾਹੁੰਦਿਆਂ ਵੀ ਪ੍ਰੋਫੈਸਰ ਨੇ ਕਿਹਾ, ਮਾਈ, ਸ਼ਹਿਰ ਆ ਗਿਆ, ਮੈਂ ਸ਼ਹਿਰ ਨੂੰ ਮੁੜ ਜਾਣਾ। ਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤਾ। ਮਾਈ ਨਾ ਉਤਰੀ। ਪ੍ਰੋਫੈਸਰ ਨੇ ਔਖਿਆਂ ਹੋ ਕੇ ਖੜੇ ਸਾਈਕਲ ਤੋਂ ਅੱਗਿਓਂ ਦੀ ਆਪਣੀ ਲੱਤ ਕੱਢੀ ਤੇ ਉਤਰ ਕੇ ਮਾਈ ਨੂੰ ਉਤਾਰਿਆ। ਉਸ ਦਾ ਗੰਦਾ ਥੈਲਾ ਲਾ ਕੇ ਉਸਨੂੰ ਫੜਾਇਆ। ਕਮੇਟੀ ਦੀ ਚੌਕੀ ਦਾ ਬਾਬੂ ਘਿਰਨਾ ਭਰੀ ਨਜ਼ਰ ਨਾਲ ਪ੍ਰੋਫੈਸਰ ਨੂੰ ਦੇਖ ਰਿਹਾ ਸੀ ਕਿ ਬਾਗਾਂ ਵਾਲੇ ਦੀ ਬੱਸ ਮੋੜ ਤੇ ਆਣ ਖਲੋਤੀ। ਬੱਸ ਚਲੀ ਗਈ। ਪਰ ਪ੍ਰੋਫੈਸਰ ਨੇਕੀ ਤੇ ਮਜਬੂਰੀ ਵਿਚਕਾਰ ਝੂਟੇ ਲੈਂਦਾ ਰਿਹਾ ਅਤੇ ਆਖਰ ਮਜਬੂਰੀ ਦੇ ਹੱਥੋਂ ਹਾਰ ਖਾ ਬੈਠਾ। ਉਸ ਘਰ ਜਾਣ ਲਈ ਜਦ ਸਾਈਕਲ ਮੋੜਿਆ ਤਾਂ ਲਾਲ ਚੀਰੇ ਤੇ ਸਧਾਰਨ ਕੱਪੜਿਆਂ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੁੜਿਆ ਆ ਰਿਹਾ ਸੀ। ਪ੍ਰੋਫੈਸਰ ਉਸ ਪੱਥਰ ਦਿਲ ਇਨਸਾਨ ਨੂੰ ਕੁਝ ਨਾ ਕਹਿਣਾ ਚਾਹੁੰਦਿਆਂ ਵੀ ਕੁਝ ਕਹਿਣਾ ਚਾਹੁੰਦਾ ਸੀ ਕਿ ਸਾਈਕਲ ਸਵਾਰ ਨੇ ਮਾਈ ਨੂੰ ਦੇਖ ਕੇ ਕਿਹਾ, ਆ ਗਈ ਹੈ ਮਾਂ, ਛੇਤੀ ਆ ਗਈ ਹੈ, ਮੇਰਾ ਕੰਮ ਵੀ ਛੇਤੀ ਮੁੱਕ ਗਿਆ। ਚੱਲ ਬੈਠ, ਮੈਂ ਤੇ ਬਾਗਾਂ ਵਾਲੇ ਤੱਕ ਜਾਣਾ, ਤੈਨੂੰ 2 ਪੈਰ ਗਾਹਾਂ ਸਹੇੜੇ ਹੀ ਛੱਡ ਆਊਂ। ਵੀਰ, ਉਹ ਦੂਜਾ ਵੀਰ ਇੱਥੋਂ ਤੱਕ ਲੈ ਆਇਆ, ਜਿੰਦਾ ਰਹਿਣਾ, ਛੇਤੀ ਆ ਗਈ। ਪ੍ਰੋਫੈਸਰ ਨੇ ਆਪਣੇ ਸਾਈਕਲ ਦਾ ਸਟੈਂਡ ਲਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਕੈਰੀਅਰ ਤੇ ਬਿਠਾਇਆ ਤੇ ਉਸ ਦਾ ਥੈਲਾ ਉਸਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ। ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਹੋ ਜਿਹੀ ਤੱਕਣੀ ਨਾਲ ਤੱਕਿਆ ਜਿਵੇਂ ਜਿਸ ਨੂੰ ਉਹ ਓਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ ਆਇਆ ਹੋਵੇ। ਪਰ ਉਹ ਕੁਝ ਮੂੰਹੋਂ ਨਾ ਬੋਲਿਆ। ਅੱਖਾਂ ਹੀ ਅੱਖਾਂ ਨਾਲ ਉਸਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ
ਅਤੇ ਉਸ ਸਾਂਝ ਵਿੱਚ ਪ੍ਰੋਫੈਸਰ ਨੇ ਇਉਂ ਪ੍ਰਤੀਤ ਕੀਤਾ ਜਿਵੇਂ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ। ਧੰਨਵਾਦ।